ਤੁਸੀਂ ਬਿਆਨ ਦਿੱਤਾ ਸੀ ਕਿ ਜੇਕਰ ਤੁਹਾਨੂੰ ਵੀਜ਼ਾ ਮਿਲਦਾ ਹੈ ਤਾਂ ਤੁਸੀਂ ਆਪਣੇ ਪੁੱਤਰ ਦੇ ਨਾਲ ਉੱਥੇ ਜਾਓਗੇ, ਤਾਂ ਉਹ ਪ੍ਰੋਸੈਸ ਕਿੱਥੇ ਤੱਕ ਹੈ? It is an incompetent country, my dear. ਮੇਰੇ ਨਾਲ ਕੋਈ 5000 ਸਿੰਘ ਤਿਆਰ ਹੋ ਗਏ ਜਾਣ ਦੇ ਲਈ। ਮਿਲਟਰੀ ਦੀ ਟ੍ਰੇਨਿੰਗ 2 ਹਫ਼ਤੇ ਦੀ ਇਨਫੈਂਟਰੀ ਤੇ ਆਰਟਿਲਰੀ ਦੀ ਲੈ ਲੈਣ, ਫਿਰ ਉਹਨਾਂ ਨੂੰ ਯੂਕਰੇਨ ਦੀ ਫੌਜ ਦੇ ਨਾਲ ਰਲ ਕੇ ਰੂਸ ਦਾ ਮੁਕਾਬਲਾ ਕਰਨਾ ਚਾਹੀਦਾ। ਤੇ ਉਹਨੇ ਰੂਸ ਨੇ ਇਹ ਵੀ ਕਿਹਾ ਕਿ ਅਸੀਂ ਪਰਮਾਣੂ ਸ਼ਕਤੀ ਨਿਊਕਲੀਅਰ ਵਾਰਫੇਅਰ ਕਰਾਂਗੇ। ਕਿਹੜੀ ਕੋਸ਼ਿਸ਼ ਕੀਤੀ ਹੈ? ਕੋਈ ਉੱਥੇ ਮਿਲਟਰੀ ਦਾ ਹਵਾਈ ਜਹਾਜ਼ ਨਹੀਂ ਭੇਜਿਆ। ਕੋਈ ਰੂਸ ਨੂੰ ਕਿਹਾ ਤੁਸੀਂ 12-13 ਘੰਟੇ ਸੀਜ਼ ਫਾਇਰ ਕਰੋ, ਸਾਡੇ ਹਵਾਈ ਜਹਾਜ਼ ਆ ਜਾਣਗੇ। ਇਹੀ ਚੀਜ਼ ਅਫਗਾਨਿਸਤਾਨ 'ਚ ਇਹਨਾਂ ਨੇ ਪਹਿਲਾਂ ਕੀਤੀ ਹੈ। ਜਦੋਂ ਅਮਰੀਕਾ ਦੀ ਫੌਜ ਨਿਕਲ ਗਈ, ਤਾਲਿਬਾਨ ਦਾ ਰਾਜ ਆ ਗਿਆ, ਇੰਡੀਆ ਨੂੰ ਪਤਾ ਸੁਤਾ ਹੀ ਨਹੀਂ ਸੀਗਾ। ਮੋਦੀ ਸਾਹਿਬ ਕੋਲੇ ਪਾਵਰ ਹੀ ਹੈ ਨਹੀਂ ਗੀ, ਹੀ ਇਜ਼ ਪਾਵਰਲੈਸ। ਇਹ ਕਤਲ ਹੋਇਆ ਜੀ, ਅਸੀਂ ਇੰਟਰਨੈਸ਼ਨਲ ਇਨਕੁਆਇਰੀ ਮੰਗਦੇ ਹਾਂ। ਸ਼ੱਕ ਹੁਕੂਮਤ ਦੇ ਉੱਤੇ ਹੈ, ਕਿਉਂ ਕਰਕੇ ਜਦੋਂ ਸਿੱਧੂ ਸਾਹਿਬ ਨੂੰ ਇੰਟੈਰੋਗੇਟ ਕੀਤਾ ਗਿਆ ਸੀ, 3 ਦਿਨ ਉਹਨਾਂ ਨੂੰ ਸੌਣ ਨਹੀਂ ਦਿੱਤਾ, ਰੋਟੀ ਨਹੀਂ ਖਾਣ ਦਿੱਤੀ, ਪਾਣੀ ਨਹੀਂ ਪੀਣ ਦਿੱਤਾ। ਕੇਂਦਰ ਦਾ ਕਿਤੇ ਨਾ ਕਿਤੇ ਹੱਥ ਹੋ ਸਕਦਾ ਹੈਗਾ, ਹੋ ਕਿੱਥੇ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡਾ ਨਾਲ ਨਵਦੀਪ ਮਾਨ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੁੜੇ ਨੇ। ਮਾਨ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਇੱਕ ਪਾਸੇ ਰੂਸ ਤੇ ਯੂਕਰੇਨ ਦੇ ਵਿਚਾਲੇ ਜੋ ਤਣਾਅ ਬਣਿਆ ਹੋਇਆ ਹੈ? ਅਜੇ ਵਿੱਚ ਤੁਸੀਂ ਬਿਆਨ ਦਿੱਤਾ ਸੀ ਕਿ ਜੇਕਰ ਤੁਹਾਨੂੰ ਵੀਜ਼ਾ ਮਿਲਦਾ ਹੈ ਤਾਂ ਤੁਸੀਂ ਆਪਣੇ ਪੁੱਤਰ ਦੇ ਨਾਲ ਉੱਥੇ ਜਾਓਗੇ, ਤਾਂ ਉਹ ਪ੍ਰੋਸੈਸ ਕਿੱਥੇ ਤੱਕ ਹੈ? ਮੇਰੇ ਨਾਲ ਕੋਈ 5000 ਸਿੰਘ ਤਿਆਰ ਹੋ ਗਏ ਜਾਣ ਦੇ ਲਈ। ਤੇ ਮੇਰਾ ਬਿਆਨ ਹੈ ਕਿ ਜਿਹੜੇ ਉੱਥੇ ਸਾਡੇ ਡਾਕਟਰ ਹੈ, ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ, ਉਹਨਾਂ ਨੂੰ ਖਤਰਾ ਹੈ, ਉਹ ਵੋਲੰਟੀਅਰ ਕਰਨ ਕਿ ਅਸੀਂ ਡਾਕਟਰੀ ਦੀ ਸੇਵਾ ਜਿੰਨੇ ਵੀ ਉੱਥੇ ਜ਼ਖਮੀ ਹੈ ਕਰਾਂਗੇ। ਤੇ ਜਿਹੜੇ ਸਿੱਖ ਹੈਗੇ ਹੈ, ਜੇ ਉਹ ਮਿਲਟਰੀ ਦੀ ਟ੍ਰੇਨਿੰਗ 2 ਹਫ਼ਤੇ ਦੀ ਇਨਫੈਂਟਰੀ ਤੇ ਆਰਟਿਲਰੀ ਦੀ ਲੈ ਲੈਣ, ਫਿਰ ਉਹਨਾਂ ਨੂੰ ਯੂਕਰੇਨ ਦੀ ਫੌਜ ਦੇ ਨਾਲ ਰਲ ਕੇ ਰੂਸ ਦਾ ਮੁਕਾਬਲਾ ਕਰਨਾ ਚਾਹੀਦਾ। ਕਿਉਂ ਕਰਕੇ ਗਰੀਬ ਮੁਲਕ ਹੈ, ਉਹਦੇ ਉੱਤੇ ਰੂਸ ਨੇ ਕਬਜ਼ਾ ਕਰਤਾ ਹੈ। ਤੇ ਉਹਨੇ ਰੂਸ ਨੇ ਇਹ ਵੀ ਕਿਹਾ ਕਿ ਅਸੀਂ ਪਰਮਾਣੂ ਸ਼ਕਤੀ ਨਿਊਕਲੀਅਰ ਵਾਰਫੇਅਰ ਕਰਾਂਗੇ। ਤੇ ਜੇ ਨਿਊਕਲੀਅਰ ਵਾਰਫੇਅਰ ਕਰਾਂਗੇ ਤਾਂ ਮੋਦੀ ਸਾਹਿਬ, ਇੰਡੀਆ ਦਾ ਕੋਈ ਬਿਆਨ ਨਹੀਂ ਆਇਆ ਰੂਸ ਨੂੰ ਕਹਿਣ ਤੇ ਕਿ ਅਸੀਂ ਨਿਊਕਲੀਅਰ ਵਾਰ ਨਹੀਂ ਚਾਹੁੰਦੇ ਹੈਗੇ। ਸੋ ਜੀ, ਪਰ ਸਰ ਉਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਉਹ ਲਗਾਤਾਰ ਉੱਥੋਂ ਦੇ ਜੋ ਪ੍ਰਬੰਧਕ ਨੇ ਜਾਂ ਰਾਸ਼ਟਰਪਤੀ ਉਹਨਾਂ ਦੇ ਕੰਟੈਕਟ ਦੇ ਵਿੱਚ ਨੇ, ਜਿੰਨੇ ਵਿਦਿਆਰਥੀ ਸਾਡੇ ਫਸੇ ਹੋਏ ਨੇ ਉਹਨਾਂ ਨੂੰ ਲਿਆਉਣ ਦੇ ਲਈ ਵਾਪਸ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੇ ਕੋਸ਼ਿਸ਼ ਕੀਤੀ ਹੁੰਦੀ ਬੀਬੀ ਜੀ, ਪਰ ਉਹ ਆ ਜਾਂਦੇ। ਕਿਹੜੀ ਕੋਸ਼ਿਸ਼ ਕੀਤੀ ਹੈ? ਕੋਈ ਉੱਥੇ ਮਿਲਟਰੀ ਦਾ ਹਵਾਈ ਜਹਾਜ਼ ਨਹੀਂ ਭੇਜਿਆ। ਕੋਈ ਰੂਸ ਨੂੰ ਕਿਹਾ ਤੁਸੀਂ 12-13 ਘੰਟੇ ਸੀਜ਼ ਫਾਇਰ ਕਰੋ, ਸਾਡੇ ਹਵਾਈ ਜਹਾਜ਼ ਆ ਜਾਣਗੇ। ਤੇ ਉਨਾ ਚਿਰ ਸਾਡੇ ਬੱਚੇ ਇਕੱਠੇ ਹੋ ਜਾਣ ਤੇ ਅਸੀਂ ਆਪਣੇ ਹਵਾਈ ਜਹਾਜ਼ਾਂ 'ਚ ਵਾਪਸ ਲੈ ਜਾਵਾਂਗੇ। ਜੇ ਘਿਓ ਖਿਚੜੀ ਦਾ ਰਿਸ਼ਤਾ ਹੈਗਾ ਰੂਸ ਤੇ ਇੰਡੀਆ ਦਾ, ਕਮ ਸੋ ਕਮ ਰੂਸ 14 ਘੰਟੇ ਤਾਂ ਸੀਜ਼ ਫਾਇਰ ਕਰ ਸਕਦਾ ਹੈ, ਜਿਹਦੇ ਨਾਲ ਆਪਣੇ ਡਾਕਟਰ ਬਾਹਰ ਨਿਕਲ ਕੇ ਆ ਸਕਣ, ਨਾਲੇ ਹੋਰ ਵੀ ਜਿਹੜੇ ਸਿਟੀਜ਼ਨ। ਇਹੀ ਚੀਜ਼ ਅਫਗਾਨਿਸਤਾਨ 'ਚ ਇਹਨਾਂ ਨੇ ਪਹਿਲਾਂ ਕੀਤੀ ਹੈ। ਜਦੋਂ ਅਮਰੀਕਾ ਦੀ ਫੌਜ ਨਿਕਲ ਗਈ, ਤਾਲਿਬਾਨ ਦਾ ਰਾਜ ਆ ਗਿਆ, ਇੰਡੀਆ ਨੂੰ ਪਤਾ ਸੁਤਾ ਹੀ ਨਹੀਂ ਸੀਗਾ। ਇਹਨਾਂ ਦੀ ਇੰਟੈਲੀਜੈਂਸ, ਰॉ IB ਮਿਲਟਰੀ ਇੰਟੈਲੀਜੈਂਸ ਨੂੰ ਇਹ ਉਸ ਵੇਲੇ ਵੀ ਆਪਣੇ ਸ਼ਹਿਰੀਆਂ ਨੂੰ ਬਾਹਰ ਨਹੀਂ ਕੱਢ ਸਕੇ। ਇਟ ਇਜ਼ ਅ ਇਨਕੰਪੀਟੈਂਟ ਕੰਟਰੀ, ਮਾਈ ਡੀਅਰ। ਯਾਨੀ ਕਿ ਤੁਹਾਡੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਵਿਚਕਾਰ ਕਾਫੀ ਚੰਗੇ ਸਬੰਧ ਨੇ, ਜਾਣ ਬੁੱਝ ਕੇ ਸਭ ਕੁਝ ਕਰਵਾਇਆ ਜਾ ਰਿਹਾ। ਮੋਦੀ ਸਾਹਿਬ ਕੋਲੇ ਪਾਵਰ ਹੀ ਹੈ ਨਹੀਂ ਗੀ, ਹੀ ਇਜ਼ ਪਾਵਰਲੈਸ। ਹਿਸ ਫੋਰਨ ਪਾਲਿਸੀ ਹੈਜ਼ ਫੇਲਡ, his military policy is not there, his economic policy has failed। ਜੇ economic policy ਤਕੜੀ ਹੋਊਗੀ, ਫਿਰ military ਤਾਕਤ ਤਕੜੀ ਹੋਊਗੀ, ਫਿਰ diplomacy ਤਕੜੀ ਹੋਊਗੀ। ਪਰ ਜਦੋਂ ਪੈਸਾ ਹੀ ਨਹੀਂ ਹੈ, ਲੋਕੀ ਭੁੱਖੇ ਮਰ ਰਹੇ ਹੈ, ਜਿਵੇਂ ਮੈਂ ਅੱਜ ਦੱਸਿਆ ਕਿ ਗਰੀਬ ਆਦਮੀ ਕਿਵੇਂ ਰਹਿੰਦੇ ਆ, ਤੁਸੀਂ ਉਹ ਰਿਕਾਰਡ ਕਰ ਲਿਆ ਜਿਹੜਾ ਮੈਂ ਕਿਹਾ?
That is the ਹਾਲਤ ਆਫ ਇੰਡੀਆ ਟੁਡੇ। ਸਰ ਅੱਜ ਦੀਪ ਸਿੱਧੂ ਸਾਡੇ ਵਿਚਕਾਰ ਨਹੀਂ ਰਹੇ, ਉਹਨਾਂ ਦੇ ਇਸ ਦੁਨੀਆ ਦੇ ਵਿੱਚੋਂ ਰੁਖਸਤ ਕਰਨ ਨੂੰ ਤੁਸੀਂ ਇਸ ਨੂੰ ਹਾਦਸਾ ਮੰਨਦੇ ਹੋ ਜਾਂ ਕਤਲ ਮੰਨਦੇ ਹੋ? ਇਹ ਕਤਲ ਹੋਇਆ ਜੀ, ਅਸੀਂ ਇੰਟਰਨੈਸ਼ਨਲ ਇਨਕੁਆਇਰੀ ਮੰਗਦੇ ਹਾਂ। ਜਿਵੇਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਹਰਾਰੇ ਦੇ ਕਤਲ ਹੋ ਗਏ ਸੀ ਤੇ UN ਦੀ ਇੰਟਰਨੈਸ਼ਨਲ ਤਫਤੀਸ਼ ਹੋਈ ਸੀਗੀ। ਬੇਨਜ਼ੀਰ ਬੀਬੀ ਭੁੱਟੋ ਉਹਦਾ ਕਤਲ ਪਾਕਿਸਤਾਨ 'ਚ ਹੋ ਗਿਆ ਸੀ, ਉਹਦੀ ਵੀ UN ਦੀ ਇੰਟਰਨੈਸ਼ਨਲ ਤਫਤੀਸ਼ ਹੋਈ ਸੀ। ਇਸ ਕਰਕੇ ਅਸੀਂ ਇੰਟਰਨੈਸ਼ਨਲ ਤਫਤੀਸ਼ ਚਾਹੁੰਦੇ ਹਾਂ ਤੇ ਅਸੀਂ ਆਪਣੇ ਵਕੀਲਾਂ ਨੂੰ, ਬਾਹਰ ਦੇ ਮੁਲਕਾਂ ਨੂੰ ਤੇ ਇੱਥੇ ਕੰਸਲਟ ਕਰਦੇ ਹਾਂ ਕਿ ਅਸੀਂ ਸਟੇਟਲੈਸ ਪੀਪਲ ਹੈ, ਅਸੀਂ ਇੰਟਰਨੈਸ਼ਨਲ ਇਨਕੁਆਇਰੀ ਮੰਗ ਸਕਦੇ ਹਾਂ, ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਇੱਕ ਕਤਲ ਦਾ ਸ਼ੱਕ ਕਿਸ ਤੇ ਹੈ? ਸ਼ੱਕ ਹਕੂਮਤ ਦੇ ਉੱਤੇ ਹੈ, ਕਿਉਂ ਕਰਕੇ ਜਦੋਂ ਸਿੱਧੂ ਸਾਹਿਬ ਨੂੰ ਇੰਟਰੋਗੇਟ ਕੀਤਾ ਗਿਆ ਸੀ 3 ਦਿਨ ਉਹਨਾਂ ਨੂੰ ਸੌਣ ਨਹੀਂ ਦਿੱਤਾ, ਰੋਟੀ ਨਹੀਂ ਖਾਣ ਦਿੱਤੀ, ਪਾਣੀ ਨਹੀਂ ਪੀਣ ਦਿੱਤਾ। ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੂੰ ਇੰਟਰੋਗੇਟ ਕੀਤਾ। ਪਰ ਜਿਹੜੀ ਬਹੁਤ ਅਜੀਬ ਗੱਲ ਹੈ, ਕਿਉਂ ਕਰਕੇ ਮੈਂ ਵੀ ਪੁਲਿਸ ਦੇ ਵਿੱਚ ਰਿਹਾ, ਦਿੱਲੀ ਦਾ ਡਾਇਰੈਕਟਰ ਜਨਰਲ ਆਫ ਪੁਲਿਸ DGP ਉਹ ਆਪ ਤਫਤੀਸ਼ ਕਰਨ ਆਇਆ ਤੇ ਉਸ ਨੇ ਸਿੱਧੂ ਸਾਹਿਬ ਨੂੰ ਕਿਹਾ कि देखो ये मुल्क बहुत शक्तिशाल है, जो इसको तोड़ने की कोशिश करेगा तो ये इतना बड़ा मुल्क ये बर्दाश्त नहीं करेगा। तो फिर ये वार्निंग नहीं है तो होर की है, डराबा नहीं है, तो इनू फिर उदन एक्सीक्यूट किया गया इंटैलीजेंस ने। जिवें जिवें तुहाडा एक बहुत वड्डा जर्नलिस्ट सीगा धीरन भगत, ਉਸ ਨੇ ਉਹ ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀ। ਉਸ ਨੇ ਡਿਸਕਲੋਜ਼ ਕੀਤਾ ਸੀਗਾ ਕਿ ਰਾਜੀਵ ਗਾਂਧੀ ਦਾ ਮਿਨਿਸਟਰ ਆਫ ਸਟੇਟ ਇਨ ਦ ਹੋਮ ਚਿਦੰਬਰਮ ਨੇ ਹਵਾਈ ਜਹਾਜ਼ ਰੂਸ ਦੇ, ਜਦੋਂ ਰੂਸ ਦਾ ਕਬਜ਼ਾ ਅਫਗਾਨਿਸਤਾਨ ਸੀ, ਉਸ ਨੇ ਇਨਫੈਂਟਰੀ ਹਥਿਆਰ ਮੰਗਾਏ ਹੈ ਤੇ ਉਹ ਬਾਬਾ ਵਿਰਸਾ ਸਿੰਘ ਦਾ ਡੇਰਾ ਸੀ ਜਿੱਥੇ ਕਾਊਂਟਰ ਇਨਸਰਜੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਉਹਨਾਂ ਨੂੰ ਦੱਸਿਆ ਜਾਂਦਾ ਸੀ ਸਿੱਖ ਮਰਿਆਦਾ ਕੀ ਹੈ, ਤੇ ਉਹਨਾਂ ਨੂੰ ਉਹ ਹਥਿਆਰ ਦਿੱਤੇ ਗਏ ਸੀਗੇ ਤੇ ਫਿਰ ਉਹ ਸਾਡੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਮਿਲੀਟੈਂਟਸ ਦੇ ਭੇਸ ਦੇ ਵਿੱਚ ਵਾੜਤਾ ਸੀ ਤੇ ਉੱਥੇ ਉਹਨਾਂ ਨੇ ਬਹੁਤ ਗੰਦੇ ਕੰਮ ਕੀਤੇ ਬੀਬੀਆਂ ਨਾਲ, ਜਿਹਦੇ ਨਾਲ ਸਾਡੀ ਇੰਡੀਪੈਂਡੈਂਸ ਦੀ ਮੂਵਮੈਂਟ ਬਦਨਾਮ ਹੋ ਗਈ। ਤੋ ਇੰਡੀਆ ਕਰਦਾ ਰਹਿੰਦਾ ਇਸ ਤਰ੍ਹਾਂ। ਯਾਨੀ ਕਿ ਕੇਂਦਰ ਦਾ ਕਿਤੇ ਨਾ ਕਿਤੇ ਹੱਥ ਹੋ ਸਕਦਾ ਹੈਗਾ, ਹੋ ਕਿੱਥੇ ਸਕਦਾ ਯਾਰ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੀ, ਜਿਨ੍ਹਾਂ ਨੇ ਦੱਸਿਆ ਕਿ ਆਖਿਰਕਾਰ ਜੋ ਦੀਪ ਸਿੱਧੂ ਸਾਡੇ ਵਿਚਕਾਰ ਨਹੀਂ ਰਹੇ, ਇਸ ਦੇ ਪਿੱਛੇ ਕਿਤੇ ਨਾ ਕਿਤੇ ਕੇਂਦਰ ਦਾ ਹੱਥ ਹੈ। ਕੈਮਰਾਮੈਨ ਕਿਸ਼ਨ ਨਾਲ ਚੰਡੀਗੜ੍ਹ ਤੋਂ ਨਵਦੀਪ ਮਾਨ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।